शरणाए। नानक की प्रभ बेनती अपनी भगति लाए। बेशुमार अथाह अगंत अतुल ज्यों बुलावो त्यों नानक दास बोलै। सो कहो टल गुर सेविय अहनिस सहज सुभाए। दर्शन परस्या गुरु कै जन्म मरण दुख जाए। सतनाम श्री वाहिगुरु साहिब जी। श्लोक महला तीजा। सेखा चौ चकिया चौ वाया। ਇਹੋ ਮਨ ਇਕਤ ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਿੱਖਾ ਚੌ ਚੱਕਿਆ ਚੌ ਵਾਇਆ। ਇਹੋ ਮਨ ਇਕਤ ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਤਿਗੁਰ ਅੱਗਹ ਟਹਿ ਪਾਓ ਸਭ ਕਿਛ ਜਾਣੈ ਜਾਣਾ। ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨਾ। ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣਾ। ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪਹਿਨਣਾ ਤਿਗ ਖਾਣਾ। ਮਹਲਾ ਤੀਜਾ। ਹਰ ਗੁਣ ਤੋਟ ਨਾ ਆਵਈ ਕੀਮਤ ਕਹਿਨ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਈ। ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ। ਹਰ ਪਾਟ ਲਗਾ ਅਧਿਕਾਈ ਬਹੁ ਬਹੁ ਬਿਦ ਭਾਤ ਕਰ। ਕੋਈ ਬੂਝੈ ਬੂਝਨ ਹਾਰਾ ਅੰਤਰ ਵਿਵੇਕ ਕਰ। ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੈ ਵਿਚਾਰਾ
ਗੁਰਮੁਖ ਹਰ ਸਤ ਹਰ ਸੋ ਬੁਝੈ ਇਹੋ ਬਿਬੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਕੁਰਬਾਨੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕੀਤੀ ਹੈ, ਰਾਗ ਸੋਰਠ ਦੀ ਵਾਰ ਵਿੱਚ 11ਵੀਂ ਪੌੜੀ ਦੇ ਨਾਲ ਲੱਗਦੇ ਸ਼ਲੋਕ ਨੇ। ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਜੋ ਜੀਵਨ ਜੁਗਤ ਸਤਿਗੁਰੂ ਸਾਡੇ ਉੱਤੇ ਕਿਰਪਾ ਕਰ ਰਹੇ ਨੇ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤ ਸੰਗੀ ਗੁਰੂ ਸੰਗਤ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌਵਾਇਆ, ਇਹੋ ਮਨ ਇਕਤ ਘਰ ਆਣਾ। ਸ਼ਲੋਕ ਕਾਵ ਦੀ ਇੱਕ ਵੰਨਗੀ ਹੈ। ਮਹੱਲਾ ਤੀਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਹੈ। ਸੇਖਾ ਚੌ ਚੱਕਿਆ ਚੌਵਾਇਆ, ਇਹੋ ਮਨ ਇਕਤ ਘਰ ਆਨ। ਹੁਣ ਸੇਖਾ ਸ਼ਬਦ ਜਿਹੜਾ ਹੈ ਸ਼ੇਖ ਵਾਸਤੇ ਵਰਤਿਆ ਗਿਆ। ਭਾਵ ਕਿਸੇ ਖਾਸ ਬੰਦੇ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ। ਉਸ ਰੱਬ ਨਾਲੋਂ ਟੁੱਟੇ ਹੋਏ ਨੂੰ ਰੱਬ ਨਾਲ ਜੋੜਨ ਦੀ ਗੱਲ ਕਰ ਰਹੇ ਨੇ। ਸੇਖਾ ਇੱਥੇ ਸ਼ੇਖ ਵਾਸਤੇ ਵਰਤਿਆ। ਪਿਛੋਕੜ ਇਸ ਸ਼ਬਦ ਬਾਰੇ
ਵਿਦਵਾਨਾਂ ਦੇ ਜਿਹੜੇ ਵਿਚਾਰ ਨੇ, ਖਿਆਲ ਨੇ, ਉਹ ਉਥਾਨਕਾ ਇਹ ਦਿੰਦੇ ਨੇ ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਗੋਇੰਦਵਾਲ ਸਾਹਿਬ ਦੀ ਇੱਕ ਘਟਨਾ ਦਾ ਜ਼ਿਕਰ ਹੈ। ਇੱਥੋਂ ਦੇ ਰਹਿਣ ਵਾਲੇ ਮਰਵਾਹੇ ਜਿਹੜੇ ਸਨ, ਗੁਰੂ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦੇ ਨੇ, ਆਪ ਸਾਹਮਣੇ ਨਹੀਂ ਆਉਂਦੇ, ਆਪ ਸਤਿਗੁਰੂ ਮਹਾਰਾਜ ਦੇ ਨਾਲ ਫੇਸ ਨਹੀਂ ਮਿਲਾਉਂਦੇ, ਪਰ ਸ਼ਰਾਰਤੀ ਸੇਖਾਂ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਚੁੱਕਦੇ ਨੇ, ਉਹਨਾਂ ਨੂੰ ਸਾਂਝਾ ਲੰਗਰ ਜਿਹੜਾ ਉਹ ਨਹੀਂ ਪਾਉਂਦਾ, ਉਹਨਾਂ ਨੂੰ ਜਾਤਵਾਦ ਦਾ ਜਿਹੜਾ ਹੈ ਵਿਤਕਰਾ ਮਿਟਾਉਣ ਵਾਲੀ ਗੱਲ ਚੰਗੀ ਨਹੀਂ ਲੱਗਦੀ, ਸੰਗਤ ਤੇ ਪੰਗਤ ਵਾਲੀ ਗੱਲ ਉਹਨਾਂ ਨੂੰ ਨਹੀਂ ਪਾਉਂਦੀ, ਜਿਸ ਕਾਰਨ ਕਰਕੇ ਸ਼ੇਖਾਂ ਦੇ ਮੁੰਡਿਆਂ ਨੂੰ ਚੁੱਕਿਆ ਤੇ ਬਿਆਸ ਤੋਂ ਘੜਿਆਂ ਵਿੱਚ ਪਾਣੀ ਲੈ ਕੇ ਜਦੋਂ ਸਿੱਖ ਆਉਂਦੇ ਨੇ ਲੰਗਰ ਵਾਸਤੇ ਜਾਂ ਆਪਣੇ ਘਰਾਂ ਵਾਸਤੇ, ਉਹ ਘੜੇ ਤੋੜ ਦਿੰਦੇ ਨੇ ਗਲੇਲੇ ਮਾਰ ਕੇ। ਸਤਿਗੁਰੂ ਨੂੰ ਪਤਾ ਲੱਗਦਾ ਹੈ, ਮਹਾਰਾਜ ਕਹਿੰਦੇ ਨੇ ਮਸ਼ਕਾਂ ਬਣਾ ਲਓ, ਤੀਰਾਂ ਨਾਲ ਉਹ ਮਸ਼ਕਾਂ ਨੂੰ ਵੀ ਸੁਰਾਖ ਕਰ ਦਿੰਦੇ ਨੇ। ਫਿਰ ਗਾਗਰਾਂ ਦੀ ਗੱਲ ਆ ਗਈ। ਹੁਣ ਇਹ ਬਖੇੜਾ ਕਰਾਉਣ ਵਾਲਾ ਜਿਹੜਾ ਇਹਨਾਂ ਸਿੱਖਾਂ ਦਾ ਮੋਢੀ ਸੀ, ਕਿਉਂਕਿ ਸ਼ਰਾਰਤੀ ਬੰਦੇ ਗਿਣਤੀ ਵਿੱਚ ਬਹੁਤੇ ਨਹੀਂ ਹੁੰਦੇ, ਉਹ ਸਿਰਫ ਪਿੱਛੇ ਬਹਿ ਕੇ ਆਪ ਸਾਰਾ ਕੁਝ ਕਰਦੇ ਨੇ, ਕਰਾਉਂਦੇ ਕਿਸੇ ਹੋਰ ਕੋਲੋਂ ਨੇ। ਉਹਨਾਂ ਦਾ ਦਿਮਾਗ ਇਸ ਪਾਸੇ ਹਰ ਵੇਲੇ ਲੱਗਾ ਰਹਿੰਦਾ ਹੈ। ਹੁਣ ਭਾਈ ਸਾਹਿਬ ਜੀ ਦੇ ਲਿਖਣ ਮੁਤਾਬਕ, ਭਾਈ ਸੰਤੋਖ ਸਿੰਘ ਜੀ ਦੇ, ਇੱਕ ਦਿਨ ਜਿਹੜਾ ਇਹਨਾਂ ਸੇਖਾਂ ਨੂੰ ਭੜਕਾਉਣ ਵਾਲਾ ਸੀ, ਸ਼ੇਖਾਂ ਦਾ ਮੁਖੀ, ਉਸ ਦੀ ਮੁਲਾਕਾਤ ਗੁਰੂ ਮਹਾਰਾਜ ਦੇ ਨਾਲ ਹੋ ਗਈ, ਸਤਿਗੁਰੂ ਨਾਲ ਮਿਲ ਗਿਆ। ਉਹ ਜਦੋਂ ਮੁਲਾਕਾਤ ਹੋਈ ਤੇ ਸਤਿਗੁਰਾਂ ਦਾ ਜਿਹੜਾ ਨਾ ਇੱਕ ਸੁਭਾਅ, ਜਿਹੜਾ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ, ਸਤਿਗੁਰੂ ਸਭਨਾਂ ਦਾ ਭਲਾ ਜਿਹੜਾ ਹੈ ਨਾ ਉਹ ਲੋਚਦੇ ਨੇ। ਤੇ ਇਸੇ ਵਾਸਤੇ ਗੁਰਬਾਣੀ ਦੇ ਆਧਾਰ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਪੰਥਕ ਆਗੂਆਂ ਨੇ ਜਿਹੜੀ ਅਰਦਾਸ ਬਣਾਈ, ਉਸ ਦੀ ਗੱਲ ਵੀ ਇੱਕ ਤੋਂ ਆਰੰਭ ਕੀਤੀ ਤੇ ਅਖੀਰ ਵੀ ਜਾ ਕੇ ਇਹ ਗੱਲ ਸਮਝਾ ਦਿੱਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਕਿਸੇ ਦਾ ਬੁਰਾ ਨਹੀਂ ਲੋਚਦੇ। ਹਾਂ, ਸਤਿਗੁਰਾਂ ਦਾ ਬੁਰਾ ਜਿਹੜਾ ਲੋਚਦਾ ਹੈ, ਸਤਿਗੁਰੂ ਉਸ ਪਰਥਾਏ ਵੀ ਇਹ ਬਚਨ ਕਰਦੇ ਨੇ ਕਿ ਉਹ ਆਪਣੀ ਕੀਤੀ ਦਾ ਫਲ ਆਪ ਪਾਵੇਗਾ, ਆਪਣੀ ਕੀਤੀ ਦਾ ਫਲ ਆਪ ਪਾਵੇਗਾ ਜਿਹੜਾ ਸਤਿਗੁਰੂ ਦਾ ਬੁਰਾ ਚਿਤਵੇਗਾ। ਹੁਣ ਸਤਿਗੁਰੂ ਮਹਾਰਾਜ ਇਸ ਸੇਖ ਨੂੰ ਕਹਿੰਦੇ ਨੇ ਵੀ ਇੱਕ ਤਾਂ ਤੇਰੇ ਅੰਦਰ ਟਿਕਾ ਕੋਈ ਨਹੀਂ, ਚੌਚੱਕਿਆ, ਚੌਰਾਂ ਚੱਕਾਂ ਦੇ ਵਿੱਚ ਘੁੰਮਣ ਵਾਲਾ, ਚੌਵਾਇਆ। ਚੌਵਾਇਆ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਜਿਹਨੂੰ ਆਪਾਂ ਕਹਿੰਦੇ ਨਾ ਚਫੇਰ ਗੜੀਆ। ਇੱਕ ਸ਼ਬਦ ਆਪਾਂ ਆਪਣੀ ਬੋਲੀ ਦੇ ਵਿੱਚ ਵਰਤਦੇ ਹਾਂ, ਚਫੇਰ ਗੜੀਆ। ਜਿਹੜਾ ਜਿੱਥੇ ਜਾਵੇ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦਾ ਹੈ। ਉਸ ਬੰਦੇ ਨੂੰ ਕਹਿੰਦੇ ਨੇ ਚਫੇਰ ਗੜੀਆ, ਜਿਸ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ, ਜਿਸ ਉੱਤੇ ਕੋਈ ਭਰੋਸਾ ਨਹੀਂ ਕਰਦਾ। ਸਤਿਗੁਰੂ ਜੀ ਆਖਦੇ ਨੇ, ਹੇ ਸ਼ੇਖ,
ਚਾਰਾਂ ਚੱਕਾਂ ਦੇ ਵਿੱਚ ਘੁੰਮਣ ਵਾਲਿਆ, ਫਿਰਨ ਵਾਲਿਆ, ਚੁਫੇਰ ਗੜੀਆ, ਭਾਵ ਚੁੱਕਿਆ ਚੁਕਾਇਆ, ਆਪਣੇ ਮਨ ਨੂੰ ਇੱਕ ਟਿਕਾਣੇ ਤੇ ਲਿਆ। ਇਹ ਜਿਹੜਾ ਤੇਰਾ ਮਨ ਹੈ ਨਾ, ਇਹਨੂੰ ਇੱਕ ਟਿਕਾਣੇ ਤੇ ਲਿਆ, ਕਿਉਂਕਿ ਜਿਹੜੇ ਚੁਫੇਰ ਗੜੀਏ ਹੁੰਦੇ ਨੇ, ਜਿਨ੍ਹਾਂ ਦਾ ਮਨ ਟਿਕਦਾ ਨਹੀਂ, ਉਹਨਾਂ ਬਾਰੇ ਹੀ ਸਤਿਗੁਰਾਂ ਨੇ ਆਖਿਆ ਨਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਦੀ ਉਡਾਰੀਆਂ ਬੜੀਆਂ ਮਾਰਦਾ ਹੈ ਤੇ ਇਉਂ ਲੱਗਦਾ ਹੈ ਵੀ ਇਸ ਬੰਦੇ ਵਰਗਾ ਕੋਈ ਹੋਰ ਰੱਬ ਨਾਲ ਜੁੜਨ ਵਾਲਾ ਹੈ ਹੀ ਕੋਈ ਨਹੀਂ। ਤੇ ਜਦੋਂ ਉਸੇ ਬੰਦੇ ਦੀਆਂ ਗੱਲਾਂ ਸੁਣੋ ਤੇ ਥੋੜੀ ਦੇਰ ਬਾਅਦ ਉਹ ਇੰਨਾ ਕੁ ਥੱਲੇ ਡਿੱਗ ਪੈਂਦਾ ਹੈ, ਇੰਨਾ ਕੁ ਕਰੈਕਟਰਹੀਨ ਜਾਪਦਾ ਹੈ ਕਿ ਬੰਦਾ ਸੋਚਦਾ ਵੀ ਸਮਝਿਆ ਕੁਝ ਹੋਰ ਸੀ ਪਰ ਅੰਦਰੋਂ ਹੈ ਕੁਝ ਹੋਰ। ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਵਾਲੇ ਬੜੇ ਪਰ ਰਹਿਤ ਵੇਖੋ ਤੇ ਖੁਸ਼ੀ ਕੋਈ ਨਹੀਂ। ਮਹਾਰਾਜ ਆਖਦੇ ਨੇ, ਹੇ ਸੇਖ, ਚਾਰਾਂ ਚੱਕਾਂ ਦੇ ਵਿੱਚ ਫਿਰਨ ਵਾਲਿਆ, ਚੁਫੇਰ ਗਿੜੀਆ, ਚੁੱਕਿਆ ਚੁਕਾਇਆ, ਤੈਨੂੰ ਕੀਮਤੀ ਮਨੁੱਖਾ ਜੀਵਨ ਮਿਲਿਆ ਹੈ ਜਿਸ ਦੀ ਕੋਈ ਕੀਮਤ ਹੀ ਨਹੀਂ। ਇਹਨੂੰ ਸੰਭਾਲ ਤੇ ਆਪਣਾ ਮਨ ਜਿਹੜਾ ਹੈ ਨਾ, ਇੱਕ ਧਿਕਾਰਿਆਨ, ਇੱਕ ਟਿਕਾਣੇ ਤੇ ਲਿਆ, ਇੱਕ ਜਗ੍ਹਾ ਟਿਕਾ। ਕਹਿੰਦੇ ਨੇ ਇੱਕ ਭੰਗਣ ਗੰਦ ਦੀ ਟੋਕਰੀ ਚੁੱਕ ਕੇ ਸਿਰ ਤੇ ਗਲੀ ਵਿੱਚ ਜਾ ਰਹੀ। ਤੁਲਸੀਦਾਸ ਜੀ ਆ ਰਹੇ ਨੇ। ਹੁਣ ਭੰਗਣ ਨੇ ਆਵਾਜ਼ ਦਿੱਤੀ ਕਿ ਤੁਲਸੀਦਾਸ ਜੀ ਇੱਕ ਪਾਸੇ ਲੱਗ ਜਾਓ, ਜੇ ਮੈਂ ਤੁਹਾਡੇ ਕੋਲੋਂ ਲੰਘ ਜਾਵਾਂ ਤਾਂ ਵੀ ਤੁਸੀਂ ਪਿੱਟੇ ਜਾਣਾ ਤੇ ਮੇਰੇ ਉੱਤੇ ਤਾਂ ਗੰਦ ਦੀ ਟੋਕਰੀ। ਜੇ ਤੁਸੀਂ ਮੇਰੇ ਨਾਲ ਲੱਗ ਗਏ ਜਾਂ ਛੂਹ ਵੀ ਗਏ ਜਾਂ ਟੱਚ ਵੀ ਕਰ ਗਏ ਤੇ 68 ਤੀਰਥਾਂ ਨੇ ਵੀ ਤੁਹਾਨੂੰ ਪਵਿੱਤਰ ਨਹੀਂ ਕਰਨਾ। 68 ਤੀਰਥ ਵੀ ਤੁਹਾਨੂੰ ਪਵਿੱਤਰ ਨਹੀਂ ਕਰਨਗੇ। ਤੇ ਮੈਂ ਵਿਦਵਾਨ ਸੱਜਣ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਦੇ ਬਚਨ ਪੜ੍ਹ ਰਿਹਾ ਸੀ। ਉਹ ਕਹਿੰਦੇ ਨੇ, ਤੁਲਸੀਦਾਸ ਭੰਗਣ ਦੇ ਉਸ ਟੋਕਰੀ ਲਿਜਾਣ ਵਾਰੀ ਦੇ ਪੈਰੀ ਪੈ ਗਿਆ। ਕਹਿਣ ਲੱਗਾ, ਅੱਜ ਤੱਕ ਮੈਨੂੰ ਕਿਸੇ ਨੇ ਆਖਿਆ ਇੱਕ ਪਾਸੇ ਲੱਗ ਜਾ, ਪਰ ਅੱਜ ਮੇਰੇ ਕੰਨਾਂ ਵਿੱਚ ਆਵਾਜ਼ ਪਈ ਏ ਇੱਕ ਪਾਸੇ ਲੱਗ ਜਾ। ਪਿਆਰਿਓ, ਸਤਿਗੁਰੂ ਸਾਨੂੰ ਬਾਰ-ਬਾਰ ਸਮਝਾਉਂਦੇ ਨੇ, ਗੱਲ ਕੱਲੇ ਸ਼ੇਖ ਦੀ ਨਹੀਂ। ਜੇ ਆਪਾਂ ਸਾਰੇ, ਕਿਉਂਕਿ ਅਗਲਾ ਸ਼ਲੋਕ ਜਿਹੜਾ ਹੈ ਨਾ, ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ, ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਗੱਲ ਸ਼ੇਖ ਨੂੰ ਕਹੀ ਜਾ ਰਹੀ ਹੈ, ਪਰ ਟੁਕਾਰੀ ਅਸਾਂ ਸਾਰਿਆਂ ਨੇ ਆਪਣੇ ਉੱਤੇ ਹੈ ਵੀ ਕਿਤੇ ਸਾਡੀ ਵੀ ਹਾਲਤ ਚੁਫੇਰ ਗੜੀਆਂ ਵਾਲੀ ਤਾਂ ਨਹੀਂ, ਕਿਤੇ ਸਾਡਾ ਮਨ ਵੀ ਚਾਰਾਂ ਚੱਕਾਂ ਦੇ ਵਿੱਚ ਤਾਂ ਨਹੀਂ ਘੁੰਮਦਾ, ਚਾਰਾਂ ਕੁੰਟਾਂ ਦੇ ਵਿੱਚ ਤਾਂ ਨਹੀਂ ਘੁੰਮਦਾ, ਕਿਤੇ ਅਸੀਂ ਵੀ ਇੱਕ ਗੁਰੂ ਦਾ ਦਰ ਛੱਡ ਕੇ ਦਰ ਦਰ ਤੇ ਭਟਕਤਾ ਨਹੀਂ ਰਹੇ। ਸਾਡੀ ਵੀ ਹਾਲਤ ਕਿਤੇ ਸੇਖ ਵਾਲੀ ਤਾਂ ਨਹੀਂ। ਕਿਉਂਕਿ ਮਹਾਰਾਜ ਨੇ ਸਾਨੂੰ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਤੇ ਇਹ ਗੱਲ ਸਮਝਾਈ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਸਾੜ ਦੇ ਉਸ ਰਸਮ ਨੂੰ, ਉਸ ਰੀਤ ਨੂੰ, ਉਸ ਰਿਵਾਜ ਨੂੰ ਜਿਸ ਰਿਵਾਜ ਦੇ ਕਰਨ ਨਾਲ ਗੁਰੂ ਦਾ ਸਤਿਕਾਰ ਨਾ ਰਵੇ, ਵਾਹਿਗੁਰੂ ਪਰਮਾਤਮਾ ਨਾਲ ਪਿਆਰ ਨਾ ਰਵੇ। ਪਰ ਅੱਜ ਸਾਡੀ ਹਾਲਤ ਹੈ, ਲੋਕਾਂ ਨੂੰ ਖੁਸ਼ ਕਰਨਾ ਹੈ, ਹਰ ਕੰਮ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਦੁਨੀਆ ਨਾ ਸਲਾਹੇ
जो मर वंजसी, लोका ना सलाए जो मर खाक थी। वाह मेरे साहिबा वाह, गुरमुख सदा सलाइए सच्चा वे परवाह। दुनिया मर जा रही, खत्म हो जानी, लोक मुक जा रहे ने। सच्चे नूं सलाह, सच्चे दी सिफत कर, पर ये कौन करेगा? जिंदा मन मन जाएगा। जिंदा मन ही नहीं मनिया वो 100 आनी कानी करेगा। वेखो जी, मैं तो चाहता सी सारा काम गुरु की मत अनुसार होंदा। मैं तो चाहता सी कि हर काम भावे विआह दा है, भावे कुड़माई दा है, भावे वो घर की चठ दा है, कोई है भी गुरु की मत अनुसार सौदा जिहा प्रोग्राम करदा। पर की करा, बच्चे नहीं मानते। तो मैं बेनती करा, बच्चे तो 10% कहते होणगे, 90% तुहाडी अपनी राय होंदी है, अपनी। महाराज आखदे ने, जालो ऐसी रीत जित में प्यारा विसरै, नानक साई भली परीत, जित साहिब सेती पत रहे। सिखा चौचकिया चौवाया, इहो मन इकत घर आण। किवें आवेगा? मन तो जोत स्वरूप है, अपना मूल पछाण। मन हर जी तेरे नाल है, गुरमती रंग मान। क्योंकि कहो कबीर मन मानिया, मन मानिया तो हर जानिया। मन माने लोग ना भतीजै। रब नाल मन मन गया, गुरु नाल मन मन गया, लोकां ने कोई नहीं भतीजना। लोकां दी तसल्ली नहीं होनी। लोकां ने मुंह जोड़ जोड़ के गल्लां करनियां ने, की कीता सु? कुछ भी नहीं, कुछ भी नहीं। क्योंकि लोकां दी मर्जी मुताबिक नहीं होया। पर महाराज आखदे ने, जिन्हां दा मन मन गया, जिन्हां दा मन एक घर आ गया, टिकाने ते आ गया, गुरु दी मत नूं समझ गया, वो फिर की आखदे ने? कहंदे ने भी लोक नहीं भतीजदे, ना भतीजन, घट्टो घट मेरा गुरु मेरे उत्ते खुश है, मैनू गुरु दी खुशी प्राप्त है। घर विच पाठ रखिया, रागी ने घंटा कीर्तन किया, ते रागी सिंह दे घंटा कीर्तन किया, सुनिया पता नहीं सुनिया, पर दौड़ के आए, सिफारिश की, भाई साहब जी घंटा कीर्तन तुसी कीता, मन खुश नहीं होया, किरपा करके आ शब्द पढ़ो, लख खुशियां पातशाहियां। ये पढ़ो ते मन विच हुंदा है भी शायद ये शब्द पढ़न नाल सानू खुशियां मिल जाणगियां। नहीं, महाराज कहंदे ने मिलणगियां, पर कदों? जदों सतगुरु दी नदर होवेगी। ते सतगुरु दी नदर कदों होवेगी? जदों सतगुरु दी मर्जी विच अपनी मर्जी नूं मिलावांगे, जदों सतगुरु दी मत विच अपनी मत नूं मिलावांगे। क्योंकि आपां बाणी पढ़दे हां, एक पासे भगत जी आखदे ने, लोक जाने ये गीत है, पर नाल ही कहंदे ने ये तो ब्रह्म विचार। आपां बाणी पढ़दे हां, सतगुरु महाराज पावन बाणी दे विच सानू हर गल समझाते हैं, हर गल समझाते। भगत जी आखदे ने, कहो कबीर मन मानिया, मन मानिया तो हर जानिया। मन माने लोग ना भतीजै, ना भतीजै तो क्या कीजै। नहीं मानते ना भतीजन, ना खुश होन। क्योंकि लख खुशियां पातशाहियां जे सतगुर नदर करे। सतगुरु नदर कदों करेगा? जदों साध संगत गुरु नाल मन मन जाएगा, गुरु दी मत विच मन पतीज जाएगा। क्योंकि आपां पढ़दे हैं ना सतगुरु दी बाणी बारे, महाराज दे पावन बचन ने, ये बाणी जो जियो जाने तिस अंतर रवै हर नामा।
ਉਹਦੇ ਅੰਦਰ ਹੀ ਇਹ ਗੱਲ ਪ੍ਰਗਟ ਹੁੰਦੀ ਹੈ। ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਣਾ। ਉਹ ਸਤਿਗੁਰ ਵਿੱਚ ਸਮਾ ਜਾਂਦਾ ਹੈ ਜਿਹਨੂੰ ਸਤਿਗੁਰ ਦੀ ਮਤ ਆ ਜਾਂਦੀ ਹੈ। ਜਿਹੜਾ ਬਾਰੀ ਨੂੰ ਜਿਉਂ ਜਾਣਦਾ ਹੈ, ਕੇਵਲ ਪੜ੍ਹਨੀ ਨਹੀਂ, ਪੜ੍ਹਨੀ ਵੀ ਬੜੀ ਜ਼ਰੂਰੀ ਹੈ, ਵਿਚਾਰਨੀ ਨਹੀਂ, ਵਿਚਾਰਨੀ ਵੀ ਬੜੀ ਜ਼ਰੂਰੀ ਹੈ, ਪਰ ਪੜ੍ਹਨਾ ਵਿਚਾਰਨਾ ਹੀ ਕੇਵਲ ਕਾਫੀ ਨਹੀਂ। ਇਸ ਤੋਂ ਅਗਲੀ ਗੱਲ ਮੰਨਣ ਵਾਲੀ, क्योंकि पढ़ना गुड़ना संसार की कार है। क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिलियो सोई शेखा। ये मन इकत कर आन ते नाल आखिया चौ चक्किया चौ आया। मैं बेनती करा बारी नूं आपरे उत्ते टुकाइए। हे शेख ਚਾਰਾਂ ਚੱਕਾਂ ਦੇ ਵਿੱਚ ਫਿਰਨ ਵਾਲਿਆ, ਚੌਫੇਰ ਗਿੜੀਆ, ਆਪਣੇ ਮਨ ਨੂੰ ਇੱਕ ਟਿਕਾਣੇ ਤੇ ਲਿਆ, ਇੱਕ ਟਿਕਾਣੇ ਤੇ ਭਾਵ ਲਿਆ, ਭਾਵ ਟਿਕ ਜਾ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣਾ। ਇਹ ਹੜ ਤੇ ਹੜ ਇੱਧਰ ਉਧਰ ਦੀਆਂ ਗੱਲਾਂ, ਇਹ ਹੜ ਤੇੜ ਤੋਂ ਭਾਵ ਇੱਧਰ ਉਧਰ ਦੀਆਂ ਗੱਲਾਂ ਛੱਡ ਦੇ, ਕੇਵਲ ਗੁਰੂ ਦੇ ਸ਼ਬਦ ਨੂੰ ਪਹਿਚਾਨ। ਕਿਉਂਕਿ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸ਼ਬਦ ਨਾ ਜਾਣੇ ਤੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਨੂੰ ਨਹੀਂ ਜਾਣਿਆ ਤੇ ਮਹਾਰਾਜ ਆਖਦੇ ਨੇ ਉਹਨਾਂ ਦੀ ਹਾਲਤ ਹੈ ਅੰਨਿਆਂ ਵਰਗੀ, ਬੋਲਿਆਂ ਵਰਗੀ। ਉਹਨਾਂ ਦਾ ਸੰਸਾਰ ਵਿੱਚ ਆਉਣਾ ਨਾ ਆਉਣ ਦੇ ਬਰਾਬਰ ਹੈ। ਹੁਣ ਵੇਖੋ, ਗੁਰੂ ਦੇ ਸ਼ਬਦ ਦੀ ਗੱਲ ਚੱਲਦੀ ਹੋਵੇ, ਸਾਡੇ ਅੰਦਰ ਹਿੰਮਤ ਨਹੀਂ ਹੋਣੀ ਚਾਹੀਦੀ ਆਪਣੀਆਂ ਗੱਲਾਂ ਕਰਨ ਦੀ। ਜਿੱਥੇ ਤੁਰਕੀ ਬਾਣੀ ਦੀ ਗੱਲ ਹੈ, ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਹੈ, ਭਾਵੇਂ ਪਾਠ ਹੈ, ਭਾਵੇਂ ਕੀਰਤਨ ਹੈ, ਭਾਵੇਂ ਵਿਚਾਰ ਹੈ, ਉੱਥੇ ਆਪਣੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਅਸੀਂ ਗੁਰਬਾਣੀ ਦੇ ਕੀਰਤਨ ਨੂੰ ਛੱਡ ਕੇ, ਵਿਚਾਰ ਨੂੰ ਛੱਡ ਕੇ, ਪਾਠ ਨੂੰ ਛੱਡ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ, ਇੱਧਰ ਉੱਧਰ ਦੀਆਂ। ਜੇ ਦੁਨਿਆਵੀ ਗੱਲਾਂ ਕਰਨੀਆਂ ਹੋਣ ਘੰਟਿਆਂ ਬੱਧੀ ਕਰਾਂਗੇ, ਪਰ ਜੇ ਗੁਰਬਾਣੀ ਦੇ ਪਾਠ ਦੀ ਗੱਲ ਚੱਲ ਪਵੇ, ਕੀਰਤਨ ਦੀ ਗੱਲ ਚੱਲ ਪਵੇ, ਮਨ ਨਹੀਂ ਲੱਗਦਾ, ਪਤਾ ਨਹੀਂ ਕਦੋਂ ਭੋਗ ਪਵੇਗਾ। ਸਤਿਗੁਰੂ ਮਹਾਰਾਜ ਆਖਦੇ ਨੇ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੇ ਗੁਰੂ ਦੇ ਸ਼ਬਦ ਨਾਲ ਆਪਣੀ ਪਹਿਚਾਨ ਪਾ। ਅਵਸਥਾ ਬਣਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲੀ, ਫਿਰ ਤੇਰੇ ਜੀਵਨ ਦੇ ਅੰਦਰ ਤਬਦੀਲੀ ਆਵੇਗੀ। ਸਤਿਗੁਰ ਅੱਗੇ ਟਹਿ ਪਾਓ, ਸਭ ਕਿਛ ਜਾਣੈ ਜਾਣਾ। ਬੇਸ਼ੱਕ ਤੂੰ ਪਿੱਠ ਪਿੱਛੇ ਬਹਿ ਕੇ ਸਾਰਾ ਕੁਝ ਕਰ ਰਿਹਾ, ਤੂੰ ਸਾਹਮਣੇ ਨਹੀਂ ਆ ਰਿਹਾ, ਪਰ ਸਤਿਗੁਰੂ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ। ਸਤਿਗੁਰੂ ਕੋਲੋਂ ਕੋਈ ਲੁਕਿਆ ਛਿਪਿਆ ਨਹੀਂ। ਤੇ ਮਹਾਰਾਜ ਆਖਦੇ ਨੇ ਸਤਿਗੁਰੂ ਦੇ ਅੱਗੇ ਢਹਿ ਪਾਓ। ਢਹਿ ਪਾਓ ਤੋਂ ਭਾਵ ਕੀ ਹੈ? ਸਤਿਗੁਰੂ ਦੇ ਅੱਗੇ ਢਹਿਣਾ ਕੀ ਹੈ? ਡਿੱਗ ਪੈਣਾ। ਡਿੱਗ ਪੈਣ ਤੋਂ ਭਾਵ ਕੀ ਹੈ? ਸਤਿਗੁਰੂ ਆ ਸਾਰੀ ਸਾਖੀ ਤੁਸੀਂ ਜਾਣਦੇ ਹੋ। ਜਦੋਂ ਗਾਗਰ ਲੈ ਕੇ ਆ ਰਿਹਾ ਸੀ ਬਿਆਸ ਦਰਿਆ ਤੋਂ, ਖੱਡੀ ਵਿੱਚ ਪੈਰ ਰਿਹਾ, ਸਾਰੀ ਘਟਨਾ ਵਾਪਰੀ। ਜੁਲਾਈ ਨੇ ਅਮਰੂ ਨਥਾਵਾਂ ਵੀ ਕਹਿ ਦਿੱਤਾ, ਪਰ ਸਾਧ ਸੰਗਤ ਪਾਣੀ ਦੀ ਗਾਗਰ ਲੈ ਕੇ ਗੁਰੂ ਚਰਨਾਂ ਦੇ ਵਿੱਚ ਆ ਗਏ, ਮੱਥਾ ਟੇਕਿਆ ਤੇ ਮੱਥਾ ਟੇਕ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਮਣੇ ਗੁਰੂ ਅਮਰਦਾਸ ਜੀ ਨੇ ਕੇਵਲ ਇਹ ਬਚਨ ਕਿਹਾ ਸੀ, ਸਤਿਗੁਰੂ ਅੱਜ ਮੈਂ ਡਿੱਗ ਪਿਆ। ਧਿਆਨ ਦੇਵਿਓ, ਅੱਜ ਮੈਂ ਡਿੱਗ ਪਿਆ। ਤੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਅਮਰਦਾਸ ਮੈਂ ਵੀ ਉਡੀਕ ਰਿਹਾ ਸੀ ਕਦੋਂ ਤੂੰ ਡਿੱਗੇ ਤੇ ਕਦੋਂ ਤੈਨੂੰ ਚੁੱਕ ਕੇ ਆਪਣੀ ਜਗ੍ਹਾ ਤੇ ਆਪਣੇ ਆਸਨ ਤੇ ਬਿਠਾਵਾਂ। ਧਿਆਨ ਦੇਵਿਓ,
ਕਦੋਂ ਤੂੰ ਡਿੱਗੇ ਤੇ ਕਦੋਂ ਮੈਂ ਤੈਨੂੰ ਚੁੱਕ ਕੇ ਆਪਣੇ ਆਸਣ ਤੇ ਬਿਠਾਵਾਂ। ਕਿਉਂਕਿ ਜਿਹੜਾ ਫਲ ਪੱਕ ਪੈਂਦਾ ਹੈ, ਪੱਕ ਜਾਂਦਾ ਹੈ, ਰਸ ਨਾਲ ਭਰ ਜਾਂਦਾ ਹੈ, ਉਹਨੂੰ ਤੋੜਨ ਦੀ ਲੋੜ ਨਹੀਂ ਪੈਂਦੀ, ਉਹ ਆਪ ਹੀ ਧਰਤੀ ਤੇ ਡਿੱਗ ਪੈਂਦਾ ਹੈ। ਜਿਹੜਾ ਰਸ ਨਾਲ ਭਰਿਆ ਹੋਇਆ ਫਲ ਹੈ, ਜਿਹੜਾ ਪੱਕਾ ਹੋਇਆ ਫਲ ਹੈ, ਮਹਾਰਾਜ ਆਖਦੇ ਨੇ ਇਹੜ ਤੇੜ ਛੱਡ, ਗੁਰੂ ਦੇ ਸ਼ਬਦ ਨਾਲ ਜੁੜ ਤੇ ਗੁਰੂ ਅੱਗੇ ਟੈ ਪਓ। ਕਿਉਂਕਿ ਗੁਰੂ ਨਾਲ ਬੇਸ਼ੱਕ ਤੂੰ ਬਹਿ ਕੇ ਪਾਸੇ ਹੇਰਾ ਫੇਰੀਆਂ ਕਰਦਾ ਹੈ, ਗਲਤ ਕੰਮ ਕਰਦਾ ਹੈ, ਨਹੀਂ, ਸਤਿਗੁਰੂ ਅੰਤਰਜਾਮੀ ਹੈ। ਸਤਿਗੁਰੂ ਅੱਗੇ ਡਿੱਗੇਗਾ ਤੇ ਸਤਿਗੁਰੂ ਤੈਨੂੰ ਚੁੱਕ ਕੇ ਆਪਣੀ ਗਲਵਕੜੀ ਨਾਲ ਲਾਵੇਗਾ, ਆਪਣੇ ਗਲੇ ਨਾਲ ਲਾਵੇਗਾ। ਕਿਉਂਕਿ ਮਹਾਰਾਜ ਨੇ ਐਲਾਨੀਆ ਤੌਰ ਤੇ ਗੱਲ ਕਹਿ ਦਿੱਤੀ, ਮੇਰਾ ਸਿੱਖ ਵੀ ਉਹੀ ਹੈ, ਮੇਰਾ ਪੁੱਤ ਵੀ, ਮੇਰਾ ਭਰਾ ਵੀ, ਮੇਰਾ ਮਿੱਤਰ ਵੀ ਉਹ ਹੈ ਜਿਹੜਾ ਮੇਰੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ। ਜਿਹੜਾ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ, ਸਾਰੀ ਜ਼ਿੰਦਗੀ ਚੋਟਾਂ ਖਾਵੇਗਾ, ਸਾਰੀ ਜ਼ਿੰਦਗੀ ਭਟਕਣਾ ਵਿੱਚ ਪਿਆ ਰਹੇਗਾ। ਕਿਉਂਕਿ ਮਹਾਰਾਜ ਨੇ ਕੋਈ ਲੁਕਾ ਨਹੀਂ ਰੱਖਿਆ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਉਹਨੂੰ ਮੁੜ ਮੁੜ ਪਛਤਾਉਣਾ ਪੈਂਦਾ, ਦੁਖੀ ਹੋਣਾ ਪੈਂਦਾ, ਜਿਹੜਾ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਨਹੀਂ ਮਿਲਾਉਂਦਾ। ਕਿਉਂਕਿ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ, ਫਲੀਐ ਫੁਲੀਐ ਬੱਪੜੇ ਪੀ ਤਨ ਵਿੱਚ ਸੁਆ। ਇੱਥੇ ਮਹਾਰਾਜ ਆਖਦੇ ਨੇ ਟਹਿ ਪਓ ਗੁਰੂ ਅੱਗੇ, ਕਿਉਂਕਿ ਗੁਰੂ ਸਭ ਕੁਝ ਜਾਣਦਾ ਹੈ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਆਪਣੇ ਅੰਦਰੋਂ ਆਸਾ ਮਨਸਾ ਜਲਾ ਦੇ, ਦੁਨਿਆਵੀ ਇਸ਼ਾਵਾ, ਮਨ ਦੀਆਂ ਇਸ਼ਾਵਾ ਸਾਰੀਆਂ ਜਲਾ ਦੇ, ਸਾੜ ਦੇ, ਖਤਮ ਕਰ ਦੇ, ਮੁਕਾ ਦੇ। ਮਹਿਮਾਨਾਂ ਦੀ ਤਰ੍ਹਾਂ ਰਹਿ। ਮੈਂ ਇੱਥੇ ਪਰਾਹੁਣਾ ਆਇਆ ਸੰਸਾਰ ਵਿੱਚ, ਪਰਾਹੁਣੇ ਦਾ ਦਾਵਾ ਕੋਈ ਨਹੀਂ। ਜਿਹੋ ਜੀ ਮਰਜ਼ੀ ਸੌਣ ਵਾਸਤੇ ਥਾਂ ਦੇ ਦਿਓ, ਜਿਹੋ ਜਿਹਾ ਮਰਜ਼ੀ ਖਾਣ ਵਾਸਤੇ ਦੇ ਦਿਓ। ਸਾਧ ਸੰਗਤ, ਮਨ ਨਾ ਵੀ ਕਰੇ ਖਾਣ ਨੂੰ, ਮਨ ਨਾ ਵੀ ਕਰੇ ਸੌਣ ਨੂੰ, ਤੇ ਬੰਦਾ ਆਪਣੇ ਮਨ ਨੂੰ ਸਮਝਾ ਲੈਂਦਾ ਵੀ ਮੈਂ ਤਾਂ 2 ਦਿਨ ਦਾ ਪਰਾਹੁਣਾ, ਮੈਂ 2 ਦਿਨ ਵਾਸਤੇ ਆਇਆ, ਮੈਨੂੰ ਟਾਈਮ ਕੱਢ ਲੈਣਾ ਚਾਹੀਦਾ। ਉਹ ਘਰਦਿਆਂ ਦੀ ਮਰਜ਼ੀ ਮੁਤਾਬਕ ਚੱਲਦਾ ਹੈ। ਜੋ ਖਾਣ ਨੂੰ ਦੇਣ ਖਾ ਲੈਂਦਾ ਹੈ, ਜੋ ਸੌਣ ਨੂੰ ਦੇਣ ਸੌ ਜਾਂਦਾ ਹੈ। ਉਹ ਆਪਣੀ ਮਰਜ਼ੀ ਨਹੀਂ ਵਰਤਦਾ ਜਿਹੜਾ ਮਹਿਮਾਨ ਹੁੰਦਾ ਹੈ, ਪਰਾਹੁਣਾ ਹੁੰਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ, ਬੰਦਿਆ ਰੱਬ ਨੇ ਤੇਰੀ ਸ਼ਕਲ ਬੜੀ ਸੁੰਦਰ ਬਣਾਈ ਹੈ, ਪਰ ਇਹ ਗੱਲ ਸਮਝ ਲੈ ਵੀ ਹਮੇਸ਼ਾ ਇਹੋ ਜੀ ਨਹੀਂ ਰਹਿਣੀ ਜਿਹੋ ਜੀ ਤੇਰੇ ਕੋਲ। ਪਹਿਲੀ ਗੱਲ, ਜੋ ਬਚਪਨ ਵਿੱਚ ਸੀ ਜਵਾਨੀ ਵਿੱਚ ਨਹੀਂ, ਜਿਹੜੀ ਜਵਾਨੀ ਵਿੱਚ ਹੈ ਬੁਢੇਪੇ ਵਿੱਚ ਨਹੀਂ। ਇਹ ਤਾਂ ਆਪਾਂ ਨੂੰ ਪਤਾ ਹੈ। ਜਿਹੜਾ ਸਰੀਰ ਹੈ, ਮਹਾਰਾਜ ਨੇ ਇੱਥੋਂ ਤੱਕ ਆਖਿਆ, ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ। ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕੋ ਤੁਮ ਕਿਆ ਕਰਬੇ। ਤੇ ਫਿਰ ਅੱਗੇ ਆਖਦੇ 3 ਸੇਰ ਕਾ ਦਿਹਾੜੀ ਮਹਿਮਾਨ। ਪੁੱਛਿਆ ਜੋ ਕੁਝ ਮੇਰੇ ਕੋਲ ਹੋ ਰਿਹਾ, ਸਾਰਾ ਕੁਝ ਆ ਜੋ ਕੁਝ ਮੇਰੇ ਕੋਲ ਹੈ, ਭੰਡਾਰ ਭਰੇ ਪਏ। ਮਹਾਰਾਜ ਆਖਦੇ ਨੇ ਤੇਰੇ ਕੋਲ ਅਮਾਨਤ ਹੈ। ਅਮਾਨਤ ਇਹ ਦੂਜਿਆਂ ਵਾਸਤੇ ਹੈ। 3 ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ। ਬਾਕੀ ਸਾਰਾ ਕੁਝ ਜੋ ਕੁਝ ਤੇਰੇ ਕੋਲ ਹੈ, ਇਹ ਅਮਾਨਤ ਹੈ, ਇਹ ਦੂਜਿਆਂ ਦੀ, ਇਹ ਤੇਰੀ ਨਹੀਂ। ਬਸ 3 ਸੇਰ ਕੱਚਾ, ਇਹ ਦਿਹਾੜੀ ਦੀ ਤੇਰੀ ਖੁਰਾਕ ਹੈ, ਬਸ ਤੂੰ ਇਹਦਾ ਮਹਿਮਾਨ ਹੈ, ਪਰਾਹੁਣਾ ਹੈ। ਬਾਕੀ ਸਭ ਕੁਝ ਤੇਰੇ ਕੋਲ ਅਮਾਨਤ ਹੈ। ਮਹਾਰਾਜ ਆਖਦੇ ਨੇ ਆਸਾ ਮਨਸਾ ਆਪਣੇ ਅੰਦਰੋਂ ਸਾੜ ਦੇ, ਮੁਕਾ ਦੇ।
क्योंकि आसा करता जग मुआ, आसा मरे न जाए, नानक आसा पूरियां। महाराज आखदे ने आसा मनसा करदियां जग मर रहा है आत्मक मौते, पर अज तक किसी दी तृष्णा बुझी नहीं। अज तक भी पढ़ते ना आसा पूरी आसा जी मनसा मेरे राम, इत्थे भी इहो गल समझाई सारे शब्द के अंदर। जदों बंदा ढह पैंदा है, जदों बंदा अपने आप नूं निर्गुणियारा समझण लग पैंदा है, फिर वाहिगुरू की कृपा हुंदी, बंदा रज जांदा है जीवन के अंदर। पातशाह जी कृपा करते ने, आसा मनसा जिहड़ी इहनूं साड़ दे, इहनूं जला दे, क्योंकि तू इत्थे केवल मेहमानां दी तरह रह। सतगुर कै भाणै भी चलह, ता दरगह पावह माण। सतगुर दी मर्जी मुताबक चलेगा, तैनू दरगाह विच भी मान प्राप्त होवेगा। जो जाने ते सदा सुख होए, आप मिलाए लय प्रभ सोए। ओ तनवंत कुलवंत पतवंत जीवन मुक्त, जिस हृदय भगवंत धन 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 जन आया। जिस प्रसाद सब जगत राया, आप मुक्त मुक्त करे संसार। नानक तिस जन को सदा नमस्कार। महाराज आखदे ने, जदों तू सतगुरु की मर्जी मुताबक चलेगा, फिर तेनू वाहिगुरू की दरगाह विच भी मान मिलेगा। क्योंकि गुरमुख जन्म सवार, दरगाह चलिया सच्ची दरगाह जाए, सच्चा पिड़ मलिया। नानक जे नाम ना चेतणी, तिन तिग पहनण तिग खाण। ਜਿਹੜੇ ਨਾਮ ਨਹੀਂ ਚੇਤਦੇ, ਉਹਨਾਂ ਦਾ ਖਾਣਾ ਵੀ ਫਿਟਕਾਰਯੋਗ, ਉਹਨਾਂ ਦਾ ਪਹਿਨਣਾ ਵੀ ਫਿਟਕਾਰਯੋਗ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ। ਨਾਮ ਬਿਨਾ ਜੋ ਪੈਰੇ ਖਾਏ, ਜੋ ਕੂਕਰ ਜੂਠਨ में पाए। नाम तो बगैर जिहड़ा खांदा है पांदा है, उसकी हालत उस कुत्ते वर्गी जिहड़ा झूठ दे विच मूँह मारदा है। मैं नहीं कह रहा, बाणी कह रही। नाम बिना जो पैरे खाए, ज्यों कूकर जूठन में पाए। फिर ध्यान देवियो, जो सतगुर शरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सत संगत, जित हर रस पाया, मिल जन नानक नाम परगास। की खाना नहीं चाहिए, की पहनना नहीं चाहिए? नहीं। जिन्हां ने खाना छड़ दिता, जिन्हां ने पाना छड़ दिता, गुरबाणी ने उन्हां नूं कोई चंगा नहीं कहा, उन्हां नूं चंगा नहीं कहा। फिर की खाना चाहिए, पाना चाहिए? हाँ, महाराज आखदे ना, तिनका खादा पैदा माया सब पवित है, जो नाम हर राते। नानक इत्थे गुरु अमरदास पातशाह जी कह रहे ने, जे नाम न चेतनी, त्रिग जी त्रिग पैन तिग खान। उन्हां दा खाना, उन्हां दा पाना त्रिगाकार है। किन्हां दा जिहड़े नाम नहीं चेतदे, ते भाव जिहड़े नाम सिमरदे ने, नाम जपदे ने, उन्हां दा खाना पाना पवित्र है। महाराज कृपा करदे ने, क्या खादे क्या पैदे होए, जे मन नाही सच्चा सोए। जे मन में सच्चे दी याद नहीं, खाना बेकार पाना बेकार। ते जे सच्चे दी याद अंदर है, फिर खाना भी पवित्र ते पाना भी पवित्र। सतगुरु पातशाह जी अगे दे श्लोक विच कृपा करते ने। महला तीजा, हर गुण तोट ना आवई, कीमत कहन ना जाए। हरि दे गुण जिन्ने मर्जी कहो, तोट नहीं आवेगी। क्योंकि खावे खर्चै रल मिल भाई, तोट ना आवे
ਵੱਧਦੋ ਜਾਏ। 10 ਗਾਵਾਂਗੇ, 100 ਗਾਵਾਂਗੇ, 1000 ਗਾਵਾਂਗੇ, ਲੱਖ ਗਾਵਾਂਗੇ, ਵਧਣਗੇ, ਘਟਣਗੇ ਨਹੀਂ। ਪਰ ਜੇ ਗੁਣਾਂ ਦੀ ਕੀਮਤ ਕੋਈ ਪਾਣਾ ਚਾਹਵੇ, ਕੀਮਤ ਨਹੀਂ ਪਾ ਸਕਦਾ, ਕਿਉਂਕਿ ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਪਾਰੀਏ ਅਮੁੱਲ ਵਪਾਰ। ਅਮੁੱਲ ਆਵੇਂ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ। ਮਹਾਰਾਜ ਆਖਦੇ ਨੇ ਵਾਹਿਗੁਰੂ ਦੇ ਗੁਣ ਕਹਿੰਦਿਆਂ ਕਮੀ ਨਹੀਂ ਆਵੇਗੀ, ਟੋਟਾ ਨਹੀਂ ਆਵੇਗਾ, ਪਰ ਗੁਣਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮੈਂ ਰਹਿ ਸਮਾਈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਗੁਣ ਗਾਉਂਦਿਆਂ ਗਾਉਂਦਿਆਂ ਵਾਹਿਗੁਰੂ ਪਰਮਾਤਮਾ ਜਿਹੜਾ ਗੁਣਾਂ ਦਾ ਮਾਲਕ ਹੈ, ਉਸ ਵਿੱਚ ਲੀਨ ਹੋ ਜਾਂਦੇ ਨੇ। ਗੁਣ ਕਹੈ ਗੁਣੀ ਸਮਾਮਨਿਆ ਵਾਰੀ ਅਵਸਥਾ ਬਣ ਜਾਂਦੀ। ਗੁਣ ਕਹਿੰਦਿਆਂ ਕਹਿੰਦਿਆਂ ਉਹ ਗੁਣੀ ਵਾਹਿਗੁਰੂ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਨੇ। ਆਪਾਂ ਰੋਜ਼ ਪੜ੍ਹਦੇ ਹਾਂ, ਸੁਨ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦੇ ਗੁਣ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗਾਉਂਦੇ ਨੇ, ਗੁਣ ਗਾਉਂਦਿਆਂ ਗਾਉਂਦਿਆਂ ਉਸ ਗੁਰੀ ਨਿਧਾਨ ਦਾ ਰੂਪ ਹੀ ਬਣ ਜਾਂਦੇ ਨੇ। ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਵਾਹਿਗੁਰੂ ਪਰਮਾਤਮਾ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਰੀਰ ਰੂਪੀ ਚੋਲੀ ਸਾਨੂੰ ਦਿੱਤੀ ਹੈ, ਜਿਸ ਦੀ ਕੋਈ ਕੀਮਤ ਨਹੀਂ। ਇਹ ਸਰੀਰ ਕੋਈ ਲੱਖਾਂ ਨਹੀਂ, ਕਰੋੜਾਂ ਅਰਬਾਂ ਨਾਲ ਵੀ ਪ੍ਰਾਪਤ ਕਰਨਾ ਚਾਹਵੇ ਕਰ ਸਕਦਾ ਨਹੀਂ। ਮਹਾਰਾਜ ਆਖਦੇ ਨੇ, ਰੱਬ ਨੇ ਤੈਨੂੰ ਸਰੀਰ ਦਿੱਤਾ ਹੈ, ਬਣਾਇਆ ਕਿਵੇਂ ਆ? ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸੁਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੈ ਦਿਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਨ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਰੱਬ ਨੇ ਤੈਨੂੰ ਸੁੰਦਰ ਸਰੀਰ ਰੂਪੀ ਚੋਰੀ ਦਿੱਤੀ। ਹੁਣ ਇਸ ਚੋਰੀ ਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ। ਇਸ ਵਿੱਚ ਵਿਕਾਰ ਪਾ, ਇਸ ਵਿੱਚ ਗੰਦ ਪਾ ਤੇ ਇਹ ਗੰਦੀ ਹੋ ਜਾਵੇਗੀ। ਪਰ ਜੇ ਇਸ ਵਿੱਚ ਇਸ ਚੋਰੀ ਨੂੰ ਸਵਾਰਨ ਵਾਸਤੇ ਵਾਹਿਗੁਰੂ ਦੇ ਗੁਣ ਗਾਵੇਂ, ਵਾਹਿਗੁਰੂ ਦੀ ਭਗਤੀ ਕਰੇ, ਵਾਹਿਗੁਰੂ ਦੀ ਬੰਦਗੀ ਕਰੇ, ਹਰ ਵੇਲੇ ਇਹ ਮੰਗੇ ਵਾਹਿਗੁਰੂ ਦੇ ਕੋਲੋਂ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਅਸੀਂ ਕਈ ਵਾਰੀ ਰੱਬ ਸਾਡੀ ਮੰਗ ਨਾ ਪੂਰੀ ਕਰੇ ਤੇ ਰੱਬ ਦਾ ਨਾਮ ਜਪਣਾ ਛੱਡ ਦਿੰਦੇ ਆ, ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ। ਵੇਖੋ ਜੀ, ਰੱਬ ਨੇ ਸਾਡੀ ਕਿਹੜੀ ਕਦੀ ਮੰਗ ਪੂਰੀ ਕੀਤੀ? ਪਰ ਮਹਾਰਾਜ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਰੱਬ ਤੇਰੇ ਨਾਲ ਰੋਸ਼ ਹੋਵੇ, ਰੱਬ ਤੇਰੇ ਨਾਲ ਪਿਆਰ ਕਰੇ, ਰੱਬ ਤੇਰੇ ਤੇ ਗੁੱਸੇ ਹੋਵੇ, ਪਰ ਤੂੰ ਇੱਕ ਗੱਲ ਚੇਤੇ ਰੱਖਣੀ, ਬੰਦਗੀ ਜਿਹੜੀ ਇਹਨੂੰ ਛੱਡਣਾ ਨਹੀਂ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ਼ ਧਰੋ ਕੇ ਪਿਆਰ। ਇੱਥੇ ਮਹਾਰਾਜ ਆਖਦੇ ਨੇ, ਰੱਬ ਨੇ ਤੈਨੂੰ ਸਰੀਰ ਰੂਪੀ ਚੋਰੀ ਦਿੱਤੀ ਏ, ਇਹਨੂੰ ਸਵਾਰਨਾ ਹੈ। ਸਵਾਰਨਾ ਕਿਵੇਂ ਆ? ਰੱਬ ਦੀ ਭਗਤੀ ਰੂਪੀ ਜਿਹੜੇ ਬੂਟੇ ਨੇ ਨਾ, ਇਸ ਉੱਤੇ ਪਾਣੇ ਨੇ, ਕਢਾਈ ਕਰਨੀ। ਕੱਢ ਕਸੀਦਾ ਪਹਿਰੇ ਚੋਰੀ, ਤਾਂ ਤੁਮ ਜਾਣੋ ਨਾਰੀ। ਮਹਾਰਾਜ ਆਖਦੇ ਨੇ, ਇਸ ਉੱਤੇ ਕਸੀਦਾ ਚੋਰੀ ਉੱਤੇ ਜਿਹੜੇ ਬੂਟੇ ਪਾ ਰਹੇ ਨੇ, ਇਹ ਭਗਤੀ ਦੇ ਪਾਰੇ ਨੇ। ਭਗਤੀ ਕਰਨੀ ਹੈ ਰੱਬ ਕੋਲੋਂ, ਇਹ ਦੇ ਪ੍ਰਾਪਤ ਕਰਕੇ। ਹਰ ਪਾਟ ਲਗਾ ਅਧਿਕਾਈ, ਬਹੁ ਬਹੁ ਬਿਦ ਭਾਤ ਕਰ। ਪਾਟ ਦੇ ਅਰਥ ਕੀਤੇ ਨੇ ਰੇਸ਼ਮ ਵਿਦਵਾਨਾਂ ਨੇ। ਇਸ ਉੱਤੇ ਕੀਮਤੀ ਤਰ੍ਹਾਂ ਤਰ੍ਹਾਂ ਦਾ ਰੱਬ ਨੇ ਰੇਸ਼ਮ ਲਾਇਆ, ਭਾਵ
ਇਸ ਦੇਹੀ ਨੂੰ ਬੜੇ ਢੰਗਾਂ ਦੇ ਨਾਲ ਸਵਾਰਿਆ ਹੈ। ਸਾਧ ਸੰਗਤ ਹਰ ਅੰਗ ਆਪਣੀ ਆਪਣੀ ਜਗ੍ਹਾ ਤੇ ਲਾਇਆ ਹੈ। ਬੇਤਰਤੀਬਾ ਨਹੀਂ, ਤਰਤੀਬ ਵਿੱਚ। ਆ ਕਿਸੇ ਦਾ ਬੇਤਰਤੀਬਾ ਲੱਗ ਜਾਵੇ ਤੇ ਸਾਧ ਸੰਗਤ ਉਸਦੀ ਸ਼ਗਲੀ ਵਿਗੜ ਜਾਂਦੀ। ਮਹਾਰਾਜ ਆਖਦੇ ਨੇ ਜਿਸ ਵਾਹਿਗੁਰੂ ਪਰਮਾਤਮਾ ਨੇ ਬੜੇ ਤਰੀਕਿਆਂ ਦੇ ਨਾਲ, ਬੜੇ ਢੰਗ ਦੇ ਨਾਲ ਇਹਨੂੰ ਪਾਠ ਲਾਇਆ ਹੈ। ਕੋਈ ਬੂਝੈ ਬੂਝਨ ਹਾਰਾ, ਅੰਤਰ ਵਿਵੇਕ ਕਰ। ਹਾਂ, ਜਿਹਨੂੰ ਵਾਹਿਗੁਰੂ ਪਰਮਾਤਮਾ ਵਿਵੇਕ ਅੰਦਰ ਦਿੰਦਾ ਹੈ, ਵਿਵੇਕ ਵਾਲੀ ਬੁੱਧੀ ਬਖਸ਼ਿਸ਼ ਕਰਦਾ ਹੈ, ਝੂਠ ਤੇ ਸੱਚ ਦਾ ਨਿਸਤਾਰਾ ਕਰਨ ਵਾਲੀ ਜਿਹਨੂੰ ਮੱਤ ਮਿਲਦੀ ਹੈ, ਉਹ ਇਸ ਗੱਲ ਨੂੰ ਸਮਝਦਾ ਹੈ ਕਿ ਵਾਹਿਗੁਰੂ ਨੇ ਇਹ ਸੁੰਦਰ ਸਰੀਰ, ਇਹ ਸੁੰਦਰ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਇਸ ਸਰੀਰ ਦੇ ਨਾਲ ਜਿਹੜੇ ਲਾਏ ਨੇ, ਇਹਨਾਂ ਦੀ ਕਿੰਨੀ ਕੁ ਕੀਮਤ ਹੈ। ਅੱਜ ਕਦੀ ਆਪਾਂ ਜਾਈਏ ਡੁਪਲੀਕੇਟ ਅੰਗ ਵੀ ਲੈਣਾ ਹੋਵੇ ਤੇ ਕਿੰਨਾ ਮਹਿੰਗਾ ਹੈ। ਫਿਰ ਅਸਲੀ ਵਰਗਾ ਨਹੀਂ, ਅਸਲੀ ਵਰਗਾ ਨਹੀਂ। ਪਰ ਮਹਾਰਾਜ ਆਖਦੇ ਨੇ ਇਹ ਸਮਝ ਕਿ ਉਸ ਵਾਹਿਗੁਰੂ ਪਰਮਾਤਮਾ ਨੇ ਕਿੰਨੀ ਤੇਰੇ ਉੱਤੇ ਕਿਰਪਾ ਕੀਤੀ ਹੈ। ਇਹ ਕੌਣ ਸਮਝਦਾ ਹੈ? ਜਿਹਨੂੰ ਵਿਵੇਕ ਪ੍ਰਾਪਤ ਹੁੰਦਾ, ਉਹ ਇਸ ਗੱਲ ਨੂੰ ਬੁੱਝਦਾ ਹੈ। ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ। ਹਾਂਜੀ, ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਰ। ਇੱਥੇ ਧਿਆਨ ਰੱਖਣਾ ਹੈ ਵਿਚਾਰਾ। ਵੈਸੇ ਵਵੇ ਨੂੰ ਸਿਹਾਰੀ ਲੱਗੀ ਹੋਵੇ ਨਾ, ਤੇ ਵਿਚਾਰਾ ਆਪਾਂ ਨਿਮਾਣੇ ਵਾਸਤੇ, ਗਰੀਬ ਵਾਸਤੇ ਵਰਦੇ ਤਾਂ ਵਿਚਾਰਾ ਹੈ। ਪਰ ਗੁਰਬਾਣੀ ਦੇ ਅੰਦਰ ਪ੍ਰਕਰਨ ਦੇ ਮੁਤਾਬਕ ਅਰਥ ਹੋਣਗੇ। ਵੈਸੇ ਵਿਚਾਰ ਬਿਹਾਰੀ ਨਾਲ ਬੰਨੇ ਨੇ, ਪਰ ਇੱਥੇ ਵਿਚਾਰ, ਵਿਚਾਰਾ, ਇਸ ਦੇ ਅਰਥ ਵੀ ਵਿਚਾਰ ਹੋਵੇਗਾ। ਨਾਨਕ ਇਹ ਵਿਚਾਰ ਦਿੰਦਾ ਹੈ ਕਿ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ, ਗੁਰਮੁਖ ਬਣਦਾ ਹੈ, ਉਹ ਸੱਚੇ ਹਰੀ ਦੇ ਨਾਲ ਹਰ ਵੇਲੇ ਜੁੜਦਾ ਹੈ। ਕਿਉਂਕਿ ਵਾਹਿਗੁਰੂ ਪਰਮਾਤਮਾ ਸਤ ਹੈ, ਸੱਚਾ ਹੈ। ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਓ ਲੜੀਵਾਰ ਵਿਚਾਰ ਜੋ ਸਤਿਗੁਰੂ ਕਿਰਪਾ ਕਰ ਰਹੇ ਨੇ। 857 ਅੰਗ ਤੇ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਜੀ। ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੀ। ਜਦੋਂ ਗੋਬਿੰਦ ਦੇ ਨਾਲ ਲਿਵ ਲਾਗੀ, ਕਦੋਂ ਲੱਗੀ? ਗੁਰਸਾਖੀ ਜਾਗੀ, ਜਦੋਂ ਗੁਰੂ ਦੀ ਸਿੱਖਿਆ ਨਾਲ ਮਤ ਜਾਗ ਪਈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਜਾਗੀ ਜਦੋਂ ਗੁਰੂ ਦੀ ਸਿੱਖਿਆ ਨਾਲ ਮਤ ਜਾਗ ਪਈ ਤੇ ਮਹਾਰਾਜ ਆਖਦੇ ਨੇ ਅੰਤਰ ਗੋਬਿੰਦ ਨਾਲ ਲਿਵ ਲੱਗ ਗਈ। ਜਦੋਂ ਲਿਵ ਲੱਗ ਗਈ ਤੇ ਫਿਰ ਕੀ ਹੋਇਆ? ਜਨਮ ਮਰਨ ਦਾ ਭਰਮ ਜਿਹੜਾ ਅੰਦਰੋਂ ਮੁੱਕ ਗਿਆ। ਜਨਮ ਮਰਨ ਦਾ ਜਿਹੜਾ ਸੀ ਚੱਕਰ ਉਹ ਕੱਟਿਆ ਗਿਆ। ਜਨਮ ਮਰਨ ਭ੍ਰਮ ਕੱਟਿਆ, ਗੋਬਿੰਦ ਲਿਵ ਲਾਗੀ। ਮਹਾਰਾਜ ਆਖਦੇ ਨੇ ਜਦੋਂ ਗੋਬਿੰਦ ਨਾਲ ਲਿਵ ਲੱਗ ਗਈ, ਫਿਰ ਜਨਮ ਮਰਨ ਦਾ ਜਿਹੜਾ ਭਰਮ ਸੀ, ਚੱਕਰ ਸੀ, ਇਹ ਕੱਟਿਆ ਗਿਆ। ਜੀਵਤ ਸੁਨ ਸਮਾਨਿਆ, ਗੁਰਸਾਖੀ ਜਾਗੀ। ਗੁਰੂ ਦੀ ਸਿੱਖਿਆ ਜਦੋਂ ਅੰਦਰ ਆਈ, ਫਿਰ ਮਤ ਜਾਗ ਪਈ। ਤੇ ਜਦੋਂ ਮਤ ਜਾਗ ਪਈ, ਇਹ ਜੀਵਨ ਦੇ ਵਿੱਚ ਹੀ ਮੈਨੂੰ ਅਫੁਰ ਅਵਸਥਾ ਪ੍ਰਾਪਤ ਹੋ ਗਈ। ਅਫੁਰ, ਜਿੱਥੇ ਕੋਈ ਫੁਰਨਾ ਨਹੀਂ ਫੁਰਦਾ। ਆ ਵੇਖੋ, ਆਪਾਂ ਬੈਠੇ ਹੋਏ ਆ ਗੁਰੂ ਦੇ ਚਰਨਾਂ ਵਿੱਚ, ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਫੁਰਨੇ ਸਾਰਿਆਂ ਦੇ ਵੱਖਰੇ ਵੱਖਰੇ ਨੇ। ਕੋਈ ਇੱਥੇ ਬੈਠਾ ਸੋਚ ਰਿਹਾ ਹੋਣਾ ਦੁਕਾਨ ਤੋਂ ਲੇਟ ਹੋ ਰਿਹਾ, ਕੋਈ ਸੋਚ ਰਿਹਾ ਹੋਣਾ ਬੱਸ ਨਾ ਲੰਘ ਜਾਵੇ, ਕੋਈ ਸੋਚ ਰਿਹਾ ਹੋਣਾ ਵੀ ਮੇਰੇ ਸਾਥੀ ਸੰਗੀ ਮੈਨੂੰ ਉਡੀਕ ਨਾ ਰਹੇ ਹੋਣ। ਫੁਰਨੇ ਤਾਂ ਸਾਰਿਆਂ ਦੇ ਅੰਦਰ ਫੁਰ ਰਹੇ ਨੇ ਨਾ। ਪਰ ਮਹਾਰਾਜ ਆਖਦੇ ਨੇ ਗੁਰੂ ਦੀ ਕਿਰਪਾ ਨਾਲ ਮਤ ਜਾਗੀ। ਫਿਰ ਕੀ ਹੋਇਆ? ਗੋਬਿੰਦ ਨਾਲ ਲਿਵ ਲੱਗ ਗਈ, ਜਨਮ ਮਰਨ ਦਾ ਭਉ ਕੱਟਿਆ ਗਿਆ ਤੇ ਅਫੁਰ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ। ਹੁਣ ਕੋਈ ਫੁਰਨਾ ਨਹੀਂ ਫੁਰਦਾ, ਹੁਣ ਅੰਦਰ ਫੁਰਨਾ ਨਹੀਂ ਫੁਰਦਾ। ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਲ ਹੀ ਲਿਵ ਲੱਗੀ ਹੋਈ ਹੈ। ਰਹਾਉ
ਕਾਸੀ ਤੇ ਧੁਨ ਉਪਜਾ ਤੁਨ ਕਾਸੀ ਜਾਈ। ਮਹਾਰਾਜ ਆਖਦੇ ਨੇ ਕਾਹੇ ਦਾ ਭਾਂਡਾ ਉਹਨੂੰ ਖੜਕਾਵੋ, ਉਸ ਵਿੱਚੋਂ ਆਵਾਜ਼ ਨਿਕਲੇਗੀ, ਪਰ ਠਿਕਾਣਾ ਉਹਨੂੰ ਠਣਕਾਉਣਾ ਬੰਦ ਕਰ ਦਿਓ, ਖੜਕਾਉਣਾ ਬੰਦ ਕਰ ਦਿਓ ਤੇ ਆਵਾਜ਼ ਭਾਂਡੇ ਵਿੱਚ ਹੀ ਲੀਨ ਹੋ ਜਾਂਦੀ, ਫਿਰ ਆਵਾਜ਼ ਨਹੀਂ ਆਵੇਗੀ। ਜਦੋਂ ਕਾਹੇ ਦੇ ਭਾਂਡੇ ਨੂੰ ਠਣਕਾਵਾਂਗੇ ਆਵਾਜ਼ ਨਿਕਲੇਗੀ, ਜਦੋਂ ਠਣਕਾਉਣਾ ਬੰਦ ਕਰ ਦਿਆਂਗੇ ਤੇ ਫਿਰ ਆਵਾਜ਼ ਉਸ ਭਾਂਡੇ ਦੇ ਵਿੱਚ ਹੀ ਸਮਾ ਜਾਵੇਗੀ। ਕਾਸੀ ਫੂਟੀ ਪੰਡਿਤਾ ਤੁਨ ਕਹਾਂ ਸਮਾਈ। ਮਹਾਰਾਜ ਆਖਦੇ ਨੇ ਹੇ ਪੰਡਤ, ਕਾਹੇ ਦਾ ਭਾਂਡਾ ਟੁੱਟ ਗਿਆ ਤੇ ਫਿਰ ਉਹ ਧੁਨ ਕਿੱਥੇ ਚਲੇਗੀ? ਜਦੋਂ ਆਪਾਂ ਸਾਬਤ ਭਾਂਡਾ ਹੋਵੇ ਉਹਨੂੰ ਠਣਕਾਵਾਂਗੇ ਆਵਾਜ਼ ਨਿਕਲੇਗੀ, ਤੇ ਆਪ ਜੀ ਜਾਣਦੇ ਹੋ ਟੁੱਟਾ ਹੋਵੇਗਾ ਆਵਾਜ਼ ਨਹੀਂ ਨਿਕਲਣੀ, ਟੁੱਟਾ ਹੋਵੇਗਾ ਆਵਾਜ਼ ਨਹੀਂ ਨਿਕਲੇਗੀ। ਇੱਥੇ ਭਗਤ ਜੀ ਸਮਝਾਉਂਦੇ ਨੇ ਜਦੋਂ ਦੇਹ ਅਧਿਆਸ ਹੈ, ਦੇਹ ਦਾ ਮੋਹ ਹੈ, ਹਰ ਗਿਆਨ ਇੰਦਰਾ, ਕਦੀ ਅੱਖਾਂ, ਕਦੀ ਕੰਨ, ਕਦੀ ਨੱਕ, ਇਹਨੂੰ ਆ ਕੇ ਠਣਕਾਉਂਦੇ ਨੇ ਤੇ ਅੰਦਰੋਂ ਤ੍ਰਿਸ਼ਨਾ ਦੀ ਆਵਾਜ਼ ਨਿਕਲਦੀ, ਅੰਦਰੋਂ ਤ੍ਰਿਸ਼ਨਾ ਨਿਕਲਦੀ, ਆਵਾਜ਼ਾਂ ਨਿਕਲਦੀਆਂ ਨੇ ਵੱਖਰੀਆਂ ਵੱਖਰੀਆਂ। ਅੱਖਾਂ ਆਪਣੀ ਠਣਕਾਉਣ ਨਾਲ ਆਵਾਜ਼ ਕਢਾਉਂਦੇ ਨੇ, ਕੰਨ ਆਪਣੀ, ਜੇਬਾ ਆਪਣੀ। ਜਦੋਂ ਗਿਆਨ ਇੰਦਰੇ ਦੇ ਅਧਿਆਸ ਹੋਵੇ ਤੇ ਇਸ ਸਰੀਰ ਨੂੰ ਠਣਕਾਉਂਦੇ ਨੇ, ਤ੍ਰਿਸ਼ਨਾ ਦੀਆਂ ਆਵਾਜ਼ਾਂ ਨਿਕਲਦੀਆਂ। ਪਰ ਜਦੋਂ ਸਾਧ ਸੰਗਤ ਗੁਰੂ ਦੀ ਕਿਰਪਾ ਨਾਲ ਮਤ ਗੁਰੂ ਦੀ ਮਤ ਵਿੱਚ ਲੀਨ ਹੋ ਜਾਵੇ, ਦੇਹ ਅਧਿਆਸ ਮੁੱਕ ਜਾਵੇ ਤੇ ਫਿਰ ਤ੍ਰਿਸ਼ਨਾ ਅੰਦਰੋਂ ਮੁੱਕ ਜਾਂਦੀ ਹੈ। ਤ੍ਰਿਕੁਟੀ ਸੰਦ ਮੈਂ ਪੇਖਿਆ ਕਾਟ ਘਾਟ ਘਾਟ ਹੂੰ ਕਾਟ ਜਾਗੀ। ਤ੍ਰਿਕੁਟੀ ਇੱਥੇ ਮੱਥੇ ਦੇ ਵਿੱਚ 3 ਲਕੀਰਾਂ ਦੱਸਦੇ ਨੇ। ਜੋਗੀਆਂ ਦਾ ਆਪਣਾ ਖਿਆਲ ਹੈ, ਭਗਤ ਜੀ ਦਾ ਆਪਣਾ ਖਿਆਲ ਹੈ। ਜੋਗੀ ਇਹਨੂੰ ਈੜਾ ਪਿੰਗਲਾ ਸੁਖਮਨਾ ਕਹਿੰਦੇ ਨੇ। ਉਹ ਆਪਣੇ ਹਿਸਾਬ ਨਾਲ ਪ੍ਰਾਣਾਯਾਮ ਕਰਦੇ ਨੇ, ਪਰ ਇੱਥੇ ਗੱਲ ਜੋਗੀਆਂ ਵਾਲੀ ਨਹੀਂ। ਸਾਧ ਸੰਗਤ ਵਿਦਵਾਨਾਂ ਨੇ ਤ੍ਰਿਕੁਟੀ ਸੰਧ, ਤ੍ਰਿਕੁਟੀ ਸੰਧ ਤੋਂ ਭਾਵ ਜਦੋਂ 3 ਗੁਣਾਂ ਨੂੰ ਵਿੰਨ ਲਿਆ, ਰਜੋ ਤਮੋ ਸਤੋ ਨੂੰ ਖਤਮ ਕਰ ਦਿੱਤਾ। ਤ੍ਰਿਕੁਟੀ ਤਿਉੜੀ ਜਿਹੜੀ ਹੈ, ਆ ਤੁਸੀਂ ਵੇਖਿਆ ਤਿਉੜੀ ਕਦੋਂ ਬੰਦੇ ਦੇ ਮੱਥੇ ਤੇ ਪੈਂਦੀ ਹੈ? ਜਦੋਂ ਖਿਜਿਆ ਹੋਵੇ। ਤਿਉੜੀ ਉਸ ਬੰਦੇ ਦੇ ਮੱਥੇ ਤੇ ਪਵੇਗੀ ਜਦੋਂ ਖਿਜਿਆ ਹੋਵੇ। ਤੇ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਮੈਂ 3 ਗੁਣਾਂ ਨੂੰ ਖਤਮ ਕਰ ਦਿੱਤਾ, ਸੰਤ ਤੋਂ ਭਾਵ ਵਿੰਨ ਦਿੱਤਾ, ਖਤਮ ਕਰ ਦਿੱਤਾ, ਜਦੋਂ ਖਿਜ ਅੰਦਰੋਂ ਮੁੱਕ ਗਈ ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ ਤ੍ਰਿਕੁਟੀ ਪੜਿਓ। ਤ੍ਰਿਕੁਟੀ ਸੰਦ ਮੈਂ ਪੇਖਿਆ ਘਟ ਘਟ ਮੈਂ ਜਾਗੀ। ਉਹ ਵਾਹਿਗੁਰੂ ਪਰਮਾਤਮਾ ਦੀ ਜੋਤ ਮੈਨੂੰ ਹਰ ਸਰੀਰ ਦੇ ਵਿੱਚ ਨਜ਼ਰ ਆਈ। ਕਦੋਂ? ਜਦੋਂ ਤਿਉੜੀ ਮੁੱਕ ਗਈ, ਖਿਜ ਮੁੱਕ ਗਈ, 3 ਗੁਣਾਂ ਤੋਂ ਮੈਂ ਉੱਪਰ ਉੱਠ ਗਿਆ। ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਫਿਰ ਮੇਰੇ ਅੰਦਰ ਐਸੀ ਬੁੱਧ ਸਮਾਚਰੀ, ਸਮਾਚਰੀ ਤੋਂ ਭਾਵ ਪੈਦਾ ਹੋਈ, ਪ੍ਰਗਟ ਹੋਈ। ਮੇਰੇ ਅੰਦਰ ਇਹੋ ਜੀ ਬੁੱਧ ਪੈਦਾ ਹੋ ਗਈ। ਕਿਹੜੀ? ਫਿਰ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਅੰਦਰ ਹੀ ਬੈਠਿਆ ਜਿਹੜੀ ਨਾ ਉਹ ਲੱਗ ਗਈ। ਹੁਣ ਮੈਨੂੰ ਬਾਹਰ ਭਟਕਣ ਦੀ ਲੋੜ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਮੈਂ ਅੰਦਰ ਹੀ ਤਿਆਗੀ ਬਣ ਗਿਆ, ਅੰਦਰੋਂ ਹੀ ਮੈਂ ਹਰ ਚੀਜ਼ ਦਾ ਤਿਆਗ ਕਰ ਦਿੱਤਾ ਜਦੋਂ ਮੇਰੇ ਅੰਦਰ ਐਸੀ ਬੁੱਧ ਪੈਦਾ ਹੋ ਗਈ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਜਦੋਂ ਮੈਂ ਆਪਣੇ ਆਪ ਨੂੰ ਪਹਿਚਾਨਿਆ, ਤੇਜ ਤੇਜ ਸਮਾਨਾ ਭਾਵ ਮੇਰੀ ਜੋਤ ਪਰਮ ਜੋਤ ਦੇ ਅੰਦਰ ਲੀਨ ਹੋ ਗਈ। ਜਦੋਂ ਮੈਂ ਆਪੇ ਨੂੰ ਪਹਿਚਾਨਿਆ, ਜਦੋਂ ਮੈਂ ਆਪਣੇ ਆਪ ਨੂੰ ਪਹਿਚਾਨਿਆ, ਕਿਉਂਕਿ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੇ ਵਾਲੀ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ। ਜਦੋਂ ਮੈਂ ਆਪੇ ਨੂੰ ਪਹਿਚਾਨਿਆ, ਆਪਣੇ ਆਪ ਨੂੰ ਜਾਣਿਆ, ਤੇ ਮਹਾਰਾਜ ਆਖਦੇ ਨੇ ਤੇਜ ਤੇਜ ਸਮਾਨਾ। ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀ ਮੇਰੀ ਜੋਤ ਸੀ ਅੰਦਰ, ਪਰਮ ਜੋਤ ਦੇ ਅੰਦਰ ਸਮਾ ਗਈ, ਲੀਨ ਹੋ ਗਈ। ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਤੇ ਜਦੋਂ ਮੈਂ ਵਾਹਿਗੁਰੂ ਪਰਮਾਤਮਾ ਨੂੰ ਜਾਣ ਲਿਆ ਤੇ ਮੇਰਾ ਮਨ ਵੀ ਜਿਹੜਾ ਸੀ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਪਤੀਜ ਗਿਆ। ਭਾਵ ਇਹ ਕਿ ਜਦੋਂ ਤੱਕ
ਬੰਦਾ ਸਾਧ ਸੰਗਤ ਆਪਾ ਭਾਵ ਨਹੀਂ ਤਿਆਗਦਾ, ਦੇਹ ਦਿਆਸ ਨਹੀਂ ਤਿਆਗਦਾ, ਤਦੋਂ ਤੱਕ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਹੀਂ ਵਰਦੀ। ਤੇ ਜਦੋਂ ਵਿਵੇਕ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬੰਦਾ ਬਣਦਾ ਹੈ ਤੇ ਫਿਰ ਵਾਹਿਗੁਰੂ ਦੀ ਕਿਰਪਾ ਜੀਵਨ ਦੇ ਅੰਦਰ ਵਾਪਰਦੀ। ਸਤਿਗੁਰੂ ਕਿਰਪਾ ਕਰਨ। ਦੋਵਾਂ ਹੀ ਸ਼ਬਦਾਂ ਦਾ ਭਾਵ ਅਰਥ ਇਹ ਹੈ, ਆਪਾਂ ਗੁਰੂ ਦੀ ਮੱਤ ਨੂੰ ਧਾਰਨ ਕਰੀਏ, ਗੁਰੂ ਬਾਰੇ ਬਣੀਏ। ਤੇ ਸਾਧ ਸੰਗਤ ਜਿੱਥੇ ਬਾਣੀ ਪੜ੍ਹਦੇ ਆ, ਜਿੱਥੇ ਗੁਰੂ ਘਰ ਨਾਲ ਪਿਆਰ ਕਰਦੇ ਆ, ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਬਾਰੇ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਬਸ ਮੈਂ ਅਖੀਰ ਵਿੱਚ ਇੰਨੀ ਬੇਨਤੀ ਕਰਾਂਗਾ, ਜੇ ਆਪਾਂ ਤਨ ਕਰਕੇ ਧਨ ਕਰਕੇ ਕਿਸਾਨ ਮੋਰਚੇ ਦੇ ਵਿੱਚ ਨਹੀਂ ਜਾ ਸਕਦੇ, ਘੱਟੋ ਘੱਟ ਮਨ ਕਰਕੇ ਆਪਣਾ ਨਿਤਨੇਮ ਕਰਦੇ ਆ, ਗੁਰੂ ਘਰ ਅੰਦਰ ਜਾਂਦੇ ਆ, ਉਸ ਮੋਰਚੇ ਦੀ ਸਫਲਤਾ ਵਾਸਤੇ ਪਿਆਰਿਓ ਸਾਰੇ ਅਰਦਾਸ ਕਰਿਓ। ਕਿਉਂਕਿ ਉਹ ਆਪਣੇ ਸੁੱਖਾਂ ਨੂੰ ਤਿਆਗ ਕੇ ਸਰਬੱਤ ਦੇ ਭਲੇ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੇ ਅੰਦਰ ਏਡਾ ਵੱਡੀ ਕੁਰਬਾਨੀ ਦੇ ਰਹੇ ਨੇ। ਸਾਡਾ ਵੀ ਫਰਜ਼ ਬਣਦਾ ਹੈ, ਤਨ ਕਰਕੇ ਧਨ ਕਰਕੇ ਆਪਾਂ ਨਹੀਂ ਕੋਈ ਸੇਵਾ ਕਰ ਸਕਦੇ, ਘੱਟੋ ਘੱਟ ਮਨ ਕਰਕੇ ਜਿਹੜਾ ਹੈ ਨਾ ਉਹਨਾਂ ਦੀ ਸਫਲਤਾ ਵਾਸਤੇ ਅਰਦਾਸ ਕਰੀਏ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ। ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।